इमाम साहब ਨੂੰ इंतजामिया ने मरवा दिता। इंतजामिया ਤੁਹਾਨੂੰ पता है हर जगह ਤੇ मौजूद ਹੁੰਦੀ है, ਭਾਵੇਂ ਕੋਈ शादी ਹੋਵੇ, ਭਾਵੇਂ ਕੋਈ मेला ਹੋਵੇ ਜਾਂ मस्जिद ਹੋਵੇ, इंतजामिया हर जगह ਤੇ मौजूद ਹੁੰਦੀ है। इमाम साहब एक ਪਿੰਡ 'ਚ ਜਿਹੜਾ ਇਮਾਮਤ ਕਰਦੇ ਸੀ, ਬੰਦੇ ਬੜੀ ਉਹਨਾਂ ਦੀ ਇੱਜ਼ਤ ਕਰਦੇ ਸੀ। शादी ਵਿਆਹ ਤੇ ਇਹਨਾਂ ਦੀ ਸਾਰੀ ਫੈਮਿਲੀ ਨੂੰ ਬੁਲਾਉਂਦੇ ਸੀ, ਹੋਰ ਛੱਡ ਕੇ ਇਹਨਾਂ ਦੇ ਘਰ ਆ ਕੇ ਖਾਣਾ ਵੀ ਦੇ ਕੇ ਜਾਂਦੇ ਸੀ। ਇਮਾਮ ਸਾਹਿਬ ਜਾ ਕੇ ਨਿਕਾਹ ਪੜਾਉਂਦੇ ਸੀ, ਬੰਦੇ 5-10 ਹਜ਼ਾਰ ਰੁਪਏ ਇਹਨਾਂ ਦੀ ਜੇਬ 'ਚ ਪਾ ਦਿੰਦੇ, ਇਤਨੀ ਬੰਦੇ ਇੱਜ਼ਤ ਕਰਦੇ ਸੀ। ਲੇਕਿਨ ਇਹਨਾਂ ਕੋਲ ਇੱਕ ਬੰਦਾ ਆ ਕੇ ਬਹਿੰਦਾ ਸੀ, ਮਸਜਿਦ ਬੜੀਆਂ ਮਿੱਠੀਆਂ ਗੱਲਾਂ ਕਰਦਾ ਸੀ। ਉਹ ਇਹਨਾਂ ਨੂੰ ਕਹਿੰਦਾ ਕਿ ਇਮਾਮ ਸਾਹਿਬ ਤੁਸੀਂ ਇੰਜ ਕਰੋ, ਸਾਡੇ ਪਿੰਡ ਚਲੋ, ਉੱਥੇ ਵੈਕੈਂਸੀ ਖਾਲੀ ਹੈ, ਉੱਥੇ ਤੁਹਾਨੂੰ ਇਹਦੇ ਨਾਲੋਂ ਵੀ ਜ਼ਿਆਦਾ ਇੱਜ਼ਤ ਮਿਲੇਗੀ। ਇਮਾਮ ਸਾਹਿਬ ਨੇ ਜਿਸਲੇ ਉਹਦੀਆਂ ਗੱਲਾਂ ਸੁਣੀਆਂ ਤੇ ਉਹਦੀਆਂ ਗੱਲਾਂ 'ਚ ਆ ਗਏ ਤੇ ਉਸ ਪਿੰਡ ਵਾਲਿਆਂ ਨੂੰ ਕਹਿੰਦੇ ਨੇ ਕਿ ਮੈਂ ਜਿਹੜਾ ਤੂੰ ਛੱਡ ਕੇ ਚੱਲਾਂ, ਤੁਸੀਂ ਹੋਰ ਕਿਸੇ ਇਮਾਮ ਨੂੰ ਲੈ ਆਵੋ। ਉਹਨਾਂ ਬੜੀਆਂ ਮਿਹਨਤਾਂ ਕੀਤੀਆਂ, ਉਹਨਾਂ ਕਿਹਾ ਗੱਲ ਸੁਣੋ ਇਮਾਮ ਸਾਹਿਬ, ਇਹ ਤੂੰ ਛੱਡ ਕੇ ਨਾ ਜਾਓ, ਅਸੀਂ ਇਤਨੀ ਜਲਦੀ ਕਿੱਥੋਂ ਇੰਤਜ਼ਾਮ ਕਰੀਏ, ਥੋੜਾ ਸਾਨੂੰ ਟਾਈਮ ਦਿਓ, ਜੇ ਤੁਸੀਂ ਜਾਣਾ ਹੀ ਹੈ। ਉਹਨਾਂ ਕਿਹਾ ਜੀ ਮੈਂ ਇੰਤਜ਼ਾਰ ਨਹੀਂ ਕਰ ਸਕਦਾ, ਮੈਂ ਆਪਣੀ ਫੈਮਿਲੀ ਲੈ ਕੇ ਇੱਥੋਂ ਚੱਲਾਂ। ਉਹਨਾਂ ਜਨਾਬ ਜ਼ਬਰਦਸਤੀ ਉਸ ਬੰਦੇ ਨਾਲ ਟੁਰ ਗਏ। ਜਿਸਲੇ ਉਸ ਪਿੰਡ ਗਏ, ਪਿੰਡ ਹੈ ਵੀ ਕਾਫੀ ਦੂਰ ਆ। ਜਿਸਲੇ ਉੱਥੇ ਪਹੁੰਚੇ ਤੇ ਪੁਰਾਣਾ ਜਿਹਾ ਮਕਾਨ ਜਿੱਥੇ ਇੱਥੇ ਰਹਿੰਦੇ ਸੀ, ਜਨਾਬ ਅਗਲਿਆ AC ਲਵਾ ਕੇ ਚਿਪਸਾਂ ਪਈਆਂ ਸੀ, ਬੜੇ ਸੌਖੇ ਸੀ ਇੱਥੇ। ਲੇਕਿਨ ਜਿਸਲੇ ਉੱਥੇ ਗਏ, ਪੁਰਾਣਾ ਜਿਹਾ ਮਕਾਨ ਤੱਕ ਤੇ ਹੈਰਾਨ ਪਰੇਸ਼ਾਨ ਹੋ ਗਏ, ਰੰਗ ਉੱਡ ਗਿਆ, ਮੈਂ ਕਿੱਥੇ ਆ ਗਿਆ। ਉਸ ਤੋਂ ਬਾਅਦ ਬੱਚੀਆਂ ਜਵਾਨ ਹੋਈਆਂ ਸੀ, ਉਹ ਸਕੂਲ ਜਾਂਦੀਆਂ ਸੀ, ਉਹ ਜਨਾਬ ਸਕੂਲ ਉਸ ਪਿੰਡ 'ਚ ਹੈ ਹੀ ਕੋਈ ਨਹੀਂ ਸੀ। ਇਮਾਮ ਸਾਹਿਬ ਬੜੇ ਪਰੇਸ਼ਾਨ ਹੋ ਗਏ, ਮੈਨੂੰ ਪਹਿਲਾਂ ਇਨਕੁਆਇਰੀ ਕਰਨੀ ਚਾਹੀਦੀ ਸੀ, ਇਹ ਮੈਂ ਕਿੱਥੇ ਆ ਗਿਆ, ਹੁਣ ਮੈਂ ਵਾਪਸ ਉਸ ਮਸਜਿਦ 'ਚ ਵੀ ਨਹੀਂ ਜਾ ਸਕਦਾ, ਉਹਨਾਂ ਤੋਂ ਜ਼ਬਰਦਸਤੀ ਮੈਂ ਇੱਥੇ ਆ ਗਿਆ। ਪਰ ਲੋ ਚੁੱਪ ਕਰਕੇ ਉਹਨੇ ਕਿਹਾ ਮੈਂ ਦੇਖਣਾ ਕਿ ਕਰਦੇ ਕੀ ਨੇ ਮੇਰੇ ਨਾਲ। ਜਿਸ ਵੇਲੇ ਇਮਾਮ ਸਾਹਿਬ ਮਸਜਿਦ 'ਚ ਗਏ, ਜਾ ਕੇ ਨਮਾਜ਼ ਪੜ੍ਹਾਉਣੀ ਸ਼ੁਰੂ ਕੀਤੀ, ਮਹੀਨਾ ਡੇਢ ਗੁਜ਼ਰ ਗਿਆ, ਕਿਤੇ ਮਹੀਨੇ 'ਚ 1 ਜਾਂ 2 ਬੰਦਾ ਆ ਕੇ ਰੋਟੀ ਦੇ ਕੇ, ਨਾ ਕੋਈ ਸ਼ਾਦੀ ਵਿਆਹ ਤੇ ਇਹਨਾਂ ਨੂੰ ਬੁਲਾਉਂਦੇ ਸੀ, ਨਾ ਹੀ ਇਹਨਾਂ ਨੂੰ ਕੋਈ ਪੈਸੇ ਸ਼ੈਸੇ ਦਿੰਦੇ ਸੀ। ਇਮਾਮ ਸਾਹਿਬ ਬੜੇ ਤਕਲੀਫ 'ਚ ਆ ਗਏ। ਉਹਨਾਂ ਆਖਿਆ ਜੀ ਇੰਜ ਤੇ ਮੇਰਾ ਗੁਜ਼ਾਰਾ ਨਹੀਂ ਹੁੰਦਾ, ਨਾ ਮੇਰੇ ਘਰ ਕੋਈ ਖਾਣਾ ਦੇ ਕੇ ਜਾਂਦਾ, ਨਾ ਮੈਨੂੰ ਕਿਧਰੇ ਕੋਈ ਦਾਵਤ ਤੇ ਬੁਲਾਉਂਦਾ, ਨਾ ਕੋਈ ਖਤਮ ਕਰਾਉਂਦਾ। ਇਸ ਤਰ੍ਹਾਂ ਤੇ ਬਿਲਕੁਲ ਹੀ ਮੈਂ ਤਨਖਾਹ ਤੇ ਰਿਹਾ ਤੇ ਮੇਰਾ ਤੇ ਗੁਜ਼ਾਰਾ ਨਹੀਂ ਹੋਣਾ। ਉਹ ਜਿਹੜਾ ਇੰਤਜ਼ਾਮੀਆ ਦਾ ਜਵਾਨ ਲੈ ਕੇ ਆਇਆ ਸੀ, ਉਹਨੂੰ ਆਂਦੇ ਨੇ ਇਮਾਮ ਸਾਹਿਬ ਕੇ ਯਾਰ ਗੱਲ ਸੁਣ, ਤੂੰ ਆਪਣੇ ਪਿੰਡ ਵਾਲਿਆਂ ਨਾਲ ਗੱਲ ਕਰ, ਇਸ ਤਰ੍ਹਾਂ ਮੇਰਾ ਗੁਜ਼ਾਰਾ ਨਹੀਂ ਹੁੰਦਾ ਤੇ ਬਿਲਕੁਲ ਹੀ ਮੈਨੂੰ ਇੱਜ਼ਤ ਨਹੀਂ ਦਿੰਦੇ, ਨਾ ਹੀ ਮੇਰੇ ਤਨਖਾਹ ਨਾਲ ਜਿਹੜਾ ਗੁਜ਼ਾਰਾ ਹੁੰਦਾ। ਉਹਨਾਂ ਕਿਹਾ ਇਮਾਮ ਸਾਹਿਬ ਤੁਸੀਂ ਫਿਕਰ ਨਾ ਕਰੋ, ਮੈਂ ਇਹਨਾਂ ਸਾਰਿਆਂ ਨੂੰ ਬੁਲਾ ਕੇ ਤੇ ਇਹਨਾਂ ਨਾਲ ਗੱਲ ਕਰਾਂਗਾ। ਉਹਨੇ ਜਨਾਬ ਸਾਰਿਆਂ ਨੂੰ ਜਿਸਲੇ ਬੁਲਾਇਆ ਤੇ ਉਹਨੇ ਕਿਹਾ ਗੱਲ ਸੁਣੋ ਜੀ, ਇਮਾਮ ਸਾਹਿਬ ਦੀ ਤਨਖਾਹ ਵਧਾਣੀ ਹੈ, ਨਾਲੇ ਗੱਲ ਸੁਣੋ ਹਰ ਬੰਦਾ ਜਿਹੜਾ ਕੋਸ਼ਿਸ਼ ਕਰਿਆ ਕਰੋ ਕੋਈ ਖਾਣਾ ਪੀਣਾ ਜਿਹੜਾ ਇਮਾਮ ਸਾਹਿਬ ਦੇ ਘਰ ਦੇ ਕੇ ਜਾਇਆ ਕਰੋ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਇਸ ਪਿੰਡ ਵਾਲੇ ਉਹਨਾਂ ਨੂੰ ਕਿੰਨੀ ਇੱਜ਼ਤ ਦੇ। ਬੰਦਿਆਂ ਸਾਰੇ ਨੇ ਕਿਹਾ ਜੀ ਠੀਕ ਹੈ, ਬਿਲਕੁਲ ਅਸੀਂ ਇੰਜ ਕਰਾਂਗੇ। ਲੇਕਿਨ ਮਹੀਨਾ ਸਾਰਾ ਤੇ ਇੱਕ ਅੱਧ ਬੰਦਾ ਜਿਹੜਾ ਉਹ ਆ ਕੇ ਦੇ ਜਾਂਦਾ, ਲੇਕਿਨ ਜ਼ਿਆਦਾ ਬੰਦੇ ਜਿਹੜੇ ਉਹ ਨਹੀਂ ਸੀ ਆਉਂਦੇ। ਖੈਰ ਇਮਾਮ ਸਾਹਿਬ ਪਰੇਸ਼ਾਨ ਹੋ ਗਏ। ਉਹਨਾਂ ਕਿਹਾ ਯਾਰ ਗੱਲ ਸੁਣ, ਇਸ ਤਰ੍ਹਾਂ ਕੰਮ ਰਿਹਾ ਤੇ ਮੈਂ ਤੁਹਾਡੀ ਮਸਜਿਦ 'ਚ ਨਹੀਂ ਰਹਿਣਾ, ਮੈਂ ਕੋਸ਼ਿਸ਼ ਕਰਾਂ ਕਿ ਹੋਰ ਟੁਰ ਜਾਉਣਾ। ਕਿਹਾ ਇਮਾਮ ਸਾਹਿਬ ਤੁਸੀਂ ਫਿਕਰ ਨਾ ਕਰੋ, ਇਹਨਾਂ ਬੰਦਿਆਂ ਨੇ ਇੰਜ ਨਹੀਂ ਸੁਧਰਨਾ, ਮੈਂ ਤੁਹਾਨੂੰ ਇੱਕ ਤਰੀਕਾ ਦੱਸਣਾ, ਤੁਸੀਂ ਉਹ ਕਰੋ। ਉਹਨਾਂ ਕਿਹਾ ਕੀ ਤਰੀਕਾ ਕਰਨਾ ਹੈ? ਉਹਨਾਂ ਕਿਹਾ ਇਮਾਮ ਸਾਹਿਬ ਇਸ ਤਰ੍ਹਾਂ ਕਰਨੀ ਆ ਕਿ ਤੁਸੀਂ ਜਿਹੜਾ ਨਮਾਜ਼ ਪੜ੍ਹਾਇਓ ਫਜਰ ਦੀ ਤੇ ਨਾਲ ਹੀ ਥੱਲੇ ਟੈ ਪਿਓ ਤੇ ਮੈਂ ਆਖਾਂਗਾ ਇਮਾਮ ਸਾਹਿਬ ਨੂੰ ਅਟੈਕ ਹੋ ਗਿਆ। ਉਹਨਾਂ ਕਿਹਾ ਮਸਜਿਦ 'ਚ ਮੈਂ ਕੰਮ ਕਿਸ ਤਰ੍ਹਾਂ ਕਰ ਸਕਦਾ, ਇੰਜ ਦਾ ਮੈਂ ਕੰਮ ਤੇ ਕਦੇ ਕੀਤੇ ਹੀ ਨਹੀਂ। ਉਹਨਾਂ ਕਿਹਾ ਇਮਾਮ ਸਾਹਿਬ ਤੁਸੀਂ ਕਰੋ, ਆਪੇ ਬੰਦਿਆਂ ਨੂੰ ਮੈਂ ਆਪਣੇ ਨਾਲ ਲਾ ਲਾਂਗਾ। ਉਹਨਾਂ ਕਿਹਾ ਯਾਰ ਮਸਜਿਦ 'ਚ ਮੈਂ ਕੰਮ ਨਹੀਂ ਕਰਨਾ। ਇਮਾਮ ਸਾਹਿਬ ਫਿਰ ਉਹਦੀਆਂ ਗੱਲਾਂ 'ਚ ਆ ਗਏ। ਉਹਨਾਂ ਕਿਹਾ ਇਮਾਮ ਸਾਹਿਬ ਤੁਸੀਂ ਇੰਜ ਕਰੋ, ਸਵੇਰ ਦੇ ਟਾਈਮ ਤੇ ਨਮਾਜ਼ ਪੜ੍ਹਾ ਕੇ ਜੋ ਹੀ ਮਸਜਿਦ 'ਚੋਂ ਬਾਹਰ ਵਗੈਰਾ ਪੌੜੀਆਂ ਤੇ ਤੁਸੀਂ ਟੈ ਪਵੇ ਤੇ ਮੈਂ ਰੋਲਾ ਪਾ ਦਾਂਗਾ ਕਿ ਇਮਾਮ ਸਾਹਿਬ ਨੂੰ ਅਟੈਕ ਹੋ ਗਿਆ ਤੇ ਬਾਕੀ ਅਗਲੀ ਗੱਲ ਮੈਂ ਸੰਭਾਲ ਲਾਂਗਾ। ਇਮਾਮ ਸਾਹਿਬ ਉਹਦੀਆਂ ਗੱਲਾਂ 'ਚ ਆ ਗਏ। ਜਿਸਲੇ ਫਜਰ ਦੀ ਨਮਾਜ਼ ਪੜ੍ਹਾਈ, ਜੋ ਹੀ ਬਾਹਰ ਨਿਕਲੇ ਪੌੜੀਆਂ ਤੇ ਜਨਾਬ ਦਿਲ ਤੇ ਹੱਥ ਰੱਖ ਕੇ ਤੇ ਥੱਲੇ ਟੈ ਪਏ। 2-3 ਬੰਦੇ ਉੱਤੇ ਸਾਹਮਣੇ ਸੀ। ਉਹਨਾਂ ਕਿਹਾ ਜੀ ਕੀ ਹੋ ਗਿਆ ਇਮਾਮ ਸਾਹਿਬ ਨੂੰ, ਕੀ ਹੋ ਗਿਆ? ਉਹਨਾਂ ਫਟਾਫਟ ਚੁੱਕ ਕੇ ਹਸਪਤਾਲ ਖੜਿਆ। ਜਿਸਲੇ ਹਸਪਤਾਲ ਲੈ ਕੇ ਗਏ, ਉੱਥੇ ਜਨਾਬ ਉਹ ਬੰਦਾ ਜਿਹੜਾ ਇੰਤਜ਼ਾਮੀਆ ਦਾ ਉਹ ਹੀ ਅੱਗੇ ਹੋਇਆ। ਉਹਨੇ ਆਖਿਆ ਜੀ ਇਮਾਮ ਸਾਹਿਬ ਨੂੰ ਜਿਹੜਾ ਅਟੈਕ ਹੋਇਆ, ਉਹ ਬੜੇ ਪਰੇਸ਼ਾਨ ਨੇ। ਉਹ ਬੰਦੇ ਸਾਰੇ ਆਂਦੇ ਨੇ ਯਾਰ ਇਹ ਤੇ ਬੜਾ ਮਾੜਾ ਹੋਇਆ, ਇਮਾਮ ਸਾਹਿਬ ਨੂੰ ਅਟੈਕ ਹੋ ਗਿਆ। ਬਹਰਹਾਲ ਇਸੇ ਤਰ੍ਹਾਂ ਜਿਹੜਾ ਕਾਫੀ ਦੇਰ ਉੱਥੇ ਰਹੇ, ਤਕਰੀਬਨ ਹਫਤਾ ਪੂਰਾ ਰਹੇ। ਉਸ ਤੋਂ ਬਾਅਦ ਜਿਸਲੇ ਘਰ ਉਹਨਾਂ ਕਿਹਾ ਇਮਾਮ ਸਾਹਿਬ ਨੂੰ ਆਰਾਮ ਕਰਨ ਦਿਓ, ਇੰਜ ਤਕਲੀਫ ਨਾ ਦਿਓ। ਸਾਰੇ ਬੰਦਿਆਂ ਨੇ ਆਖਿਆ ਜੀ ਸਾਰੇ ਮਿਲ ਕੇ ਜਿਹੜਾ ਇਹਨਾਂ ਨੂੰ ਕੋਈ ਪੈਸੇ ਸ਼ੈਸੇ ਦਿਓ, ਕਿਉਂਕਿ ਇਸ ਜਗ੍ਹਾ ਤੋਂ ਪਰੇਸ਼ਾਨ ਨੇ ਕਿ ਇਹਨਾਂ ਦੀਆਂ ਬੱਚੀਆਂ ਜਵਾਨ ਹੋਈਆਂ ਨੇ ਤੇ ਇਹਨਾਂ ਕੋਲ ਜਿਹੜਾ ਇਸ ਤਰ੍ਹਾਂ ਦਾ ਇੰਤਜ਼ਾਮ ਕੋਈ ਨਹੀਂ ਹੈ। ਫਲਾਣੀ ਮਸਜਿਦ ਇਹਨਾਂ ਨੂੰ ਪੈਸੇ ਠੀਕ ਠਾਕ ਲੱਭਦੇ ਸੀ, ਇੱਥੇ ਘੱਟ ਲੱਭਦੇ ਨੇ, ਇਹਨਾਂ ਦਾ ਗੁਜ਼ਾਰਾ ਨਹੀਂ ਹੁੰਦਾ। ਉਹ ਬੰਦੇ ਨੇ ਆਖਿਆ ਠੀਕ ਹੈ ਜੀ ਅਸੀਂ ਦਿਆਂਗੇ। ਉਹਨਾਂ ਜਨਾਬ ਸਾਰਿਆਂ ਰਲ ਕੇ ਥੋੜੇ ਪੈਸੇ ਦਿੱਤੇ ਇਮਾਮ ਸਾਹਿਬ ਨੂੰ ਤੇ ਤਕਰੀਬਨ 1.5-2 ਲੱਖ ਰੁਪਈਆ ਉਹਨਾਂ ਕੋਲ ਹੋ ਗਿਆ। ਇਮਾਮ ਸਾਹਿਬ ਜਿਹੜਾ ਉਹ ਖੁਸ਼ ਹੋ ਗਏ ਕਿ ਯਾਰ ਵਾਕਈ ਤੇਰਾ ਤਰੀਕਾ ਜਿਹੜਾ ਨਾ ਉਹ ਕੰਮ ਕਰ ਗਿਆ, ਮੈਂ ਤਾਂ ਸਮਝਿਆ ਕਿ ਮੈਂ ਗਿਆ ਫਸ ਇੱਥੇ ਆ ਕੇ। ਉਹਨੇ ਆਖਿਆ ਇਮਾਮ ਸਾਹਿਬ ਦੇਖਿਆ ਜੇ ਮੈਂ ਤੁਹਾਨੂੰ ਪਹਿਲਾਂ ਵੀ ਆਖਿਆ ਸੀ ਕਿ ਤੁਸੀਂ ਪਰੇਸ਼ਾਨ ਨਾ ਹੋ, ਮੈਂ ਆਪੇ ਬੰਦੋਬਸਤ ਕਰ ਲਾਂ। ਇਮਾਮ ਸਾਹਿਬ ਖੁਸ਼ ਹੋ ਗਏ, ਚਲੋ ਜੀ ਇਸ ਬੰਦੇ ਨੇ ਮੇਰਾ ਕੰਮ ਕਰ ਦਿੱਤਾ ਹੈ। ਹਰ ਕਰਦਿਆਂ ਕਰਾਇਆ 6 ਮਹੀਨੇ ਗੁਜ਼ਰੇ ਤੇ ਉਹ ਜਨਾਬ ਉਹ ਬੰਦਾ ਜਿਹੜਾ ਕਿਸੇ ਬੰਦੇ ਨਾਲ ਗੱਲ ਕੀਤੀ, ਉਹਨੇ ਕਿਹਾ ਜੀ ਇਮਾਮ ਸਾਹਿਬ ਦੀਆਂ ਕੁੜੀਆਂ ਬੜੀਆਂ ਸੋਹਣੀਆਂ ਨੇ ਤੇ ਇਹਦੇ ਘਰੋਂ ਮੈਨੂੰ ਤੂੰ ਰਿਸ਼ਤਾ ਕਰਾ। ਉਹ ਬੰਦਾ ਜਨਾਬ ਕਹਿੰਦਾ ਟੈਨਸ਼ਨ ਹੀ ਕੋਈ ਨਹੀਂ, ਇਮਾਮ ਸਾਹਿਬ ਨਾਲ ਮੈਂ ਗੱਲ ਕਰਨੀ, ਉਹਨਾਂ ਤੇ ਇਨਕਾਰ ਹੀ ਨਹੀਂ ਕਰਨਾ ਇਸ ਗੱਲੋਂ। ਉਹਨੇ ਕਿਹਾ ਯਾਰ
फटोफट कार ते रिश्ता करा इन्हां दे घर। उन्हें जाके इसलिए इमाम साहब नाल गल कीती। इमाम साहब ने आख्या गल सुनो जी, असी खानदान चों बाहर जिहड़ा कुड़ियां नहीं देंदे, इस वास्ते मैं किसी नूं नहीं देना। कि इमाम साहब मैं उस बंदे नाल वादा कर आया, तुसी अपनी बच्ची दा रिश्ता उन्हां दे घर कर दिओ। उन्हें आख्या जी मैं नहीं करना, तू मेरा यार दोस्त है, मैं तेरियां सारियां गल्लां मन्ना, लेकिन यह गल मैं तेरी नहीं मन्नी। उन्हें कहा इमाम साहब अगर तुसा ना मन्नी तो गल सुन लो कि मैं सारी गल जिहड़ी है पिछली वो दस दियांगा कि तुसी जिहड़ा अटैक वाला बहाना कीता सी। इमाम साहब बड़े परेशान होए। उन्हें आख्या यार है तो तू ज्यादती पे करने, तेरी कहण ते मैं सारा काम कीता। उन्हें कहा बारा इमाम साहब जे तुसी ना मन्नी ना तो फिर मैं जिहड़ा यह काम करना है। इमाम साहब कहते चल मैनूं सोचण दा मौका दिओ। जनाब इमाम साहब बड़े परेशान हो गए। अगू फजर के टाइम ते नमाज भी कोना पढ़ाण गए, सारे परेशान हो गए। इमाम साहब नूं होया की है, इमाम साहब मस्जिद क्यों नहीं आए? बंदे इसलिए पता करो। उन्हें कहा यार मेरी तबीयत नहीं सही। पता लगा कि इमाम साहब नूं जिहड़ा फालज पै गया, वो इमाम साहब जिहड़े ने मंजी दे पै गए ने। बंदे सारिਆਂ ਨੂੰ पता लगा तो जिस बंदे ने अगे अटैक वाला नाल हो के बहाना कीते सी, वो आके कहंदा कि इमाम साहब जिहड़ा मक्कर पे करदे ने, इन्हां नूं कोई फालज वगैरह नहीं पिया। पहला भी जिहड़ा इन्हां नूं अटैक होया सी वो मैं नाल सा, इन्हां बहाना कीता सी। वो बंदे सारे जिहड़े ने बड़े परेशान है। उन्हें कहा वाकई ये गल? उन्हें कहा बिल्कुल यही गल है, तुसी बेशक जाके डॉक्टर को जाके पूछ लो कि इन्हां नूं अटैक नहीं सी होया, लेकिन खैर वो टेंशन लैके उन्हां नूं फालज हो गया। बंदा कोई भी उस इन्हां दी गल ते यकीन करन नूं तैयार नहीं सी। उन्हां ते बहुत ज़्यादा जिहड़ा फाकियां वाले दिहाड़े आ गए, बड़ी टेंशन च हो गए। उन्हां दी फैमिली सारी के साडे नाल बणिया की है, असीं ते इस बंदे दी गल मन के ते इस मस्जिद च आ गए सां। पर हल उन्होंने जारी गल है गुजारा किसी तरीके नाल करना ही सी। खैर उन्हां दी जिहड़ी वाइफ आई उन्हें इंज कीता कि उसे पिंड वापस गई, उत्थे जाके गल कीती कि इस तरह जिहड़ा साडे ते है परेशानी आई। और बंदे बड़ी इन्हां दी इज्जत करदे सी। उन्हें जनाब उन्हें आख्या तुसी सारी फैमिली जिहड़ी है ना वापस इस पिंड विच आ जाओ। जनाब वापस जिसले उस पिंड विच आए ने, उन्हें बड़ी खिदमत की। इमाम साहब दी खाना शाना कार दे के जांदे सी। आस्ता आस्ता जिहड़ा इमाम साहब जिहड़ा कवर करना शुरू कर गए। इमाम साहब चंगे भले ठीक हो गए। जिसले ठीक है टुरना फिरना शुरू करता, बाहर गली च निकलते सारे सलाम दुआ करते सी। उन्हें आख्या इमाम साहब तुसी जिहड़ा दोबारा मस्जिद चाहो, असीं तुहानूं मस्जिद देखना चाहते हैं। तुसी जिसले आजान देते सो दिल नूं सुकून मिलता आ। तुसी हुण मस्जिद साडी संभालो। बंदे सारे जनाब वड्डे दिल का मुजाहरा किया। उन्हें फिर जनाब उन्होंने मस्जिद जा खिलाया। इमाम साहब ने शुक्र अदा किया कि चलो किसी तरीके नाल जिहड़ा मैं फिर इस मस्जिद च आ गया। बंदियां ने फिर उस तरह जनाब उन्होंने इज्जत देना शुरू करते। इमाम साहब जिहड़ा फिर ठीक ठाक हो गए। अल्लाह के दुआ करते कि मैं एक बारी तो उस बंदे दीयां गल्लां च आ गया, आइंदा मैं इस तरह का काम कदे भी नहीं करांगा। इस तरह कदे भी किसी दीयां मिठियां गल्लां च ना आवो कि तुहानूं जिहड़ा वो वड्डे वड्डे हाव दहाए ते तुसी नुकसान कर पवो। बाकी अगर ये कि मैं हमेशा तुहानूं कहना कि मेरी वीडियो तुहानूं पसंद आवे तो यार लाइक करया करो, कमेंट्स करया करो, सबसक्राइब कर दिओ तो दिल खुश होंदा। बाकी दुआवां च याद रखिया करो, अपनी सेहत का ख्याल रखिया करो। तो सेहत है तो सब कुछ है। अल्लाह हाफिज़।